ਭਰਾਵੋ ਜਾਗੋ ਉੱਠ ਕੇ ਪੰਜਾਬ ਬਚਾ ਲਓ। ਹੁਣ ਦੱਸੋ ਸਾਡੀ ਹੱਥ ਜੋੜ ਕੇ ਪ੍ਰਸ਼ਾਸਨ ਨੂੰ ਬੇਨਤੀ ਆ ਵੀ ਹੁਣ ਆਪਣੀ ਬਣਦੀ ਕਾਰਵਾਈ ਕੀਤੀ ਜਾਵੇ ਤੇ ਉਹਨਾਂ ਨੂੰ ਸਾਡੇ ਪਿੰਡ ਦੇ ਵਿੱਚੋਂ ਕੱਢਿਆ ਜਾਵੇ। ਉਹ ਆਪ ਭਰ ਕੇ ਮੁੰਡੇ ਆਪ ਜਿਹੜੇ ਲਾਉਂਦੇ ਸੀ ਨਾ, ਜਿਹੜੇ ਹਟੇ ਆ ਉਹ ਆਪ ਕਹਿੰਦੇ ਸਰਪੰਚ ਸਾਹਿਬ ਸਾਨੂੰ ਭਰ ਕੇ ਕਹਿ ਦਿੰਦੀ ਅਸੀਂ ਵੀ ਜੇ ਤੁਹਾਨੂੰ ਟੀਕਾ ਵੀ ਨਹੀਂ ਲਾਉਣਾ ਤਾਂ ਉਹ ਵੀ ਮੁੰਡੇ ਰੱਖੇ ਹੋਏ ਸੀ, ਟੀਕਾ ਵੀ ਉਹ ਆਪ ਲਾ ਕੇ ਤੋਰਦੇ ਸੀ। ਪ੍ਰਸ਼ਾਸਨ ਸਾਨੂੰ ਇਹ ਗੱਲ ਕਹਿ ਰਿਹਾ ਸੀ, ਬਾਰ-ਬਾਰ ਐਸਐਚਓ ਸਾਹਿਬ ਇਹ ਗੱਲ ਕਹਿ ਰਹੇ ਸੀ ਸਰਪੰਚ ਸਾਹਿਬ ਸਾਨੂੰ ਸਬੂਤ ਦਿਓ। ਹੁਣ ਸਬੂਤ ਦੇ ਦਿੱਤਾ ਠੀਕ ਆ, ਹੁਣ ਅਸੀਂ ਸਾਰੇ ਪਿੰਡ ਵਾਲਿਆਂ ਨੇ ਉਹਨਾਂ ਨੂੰ ਸਬੂਤ ਦੇ ਰਹੇ ਆ। ਸਰ ਘੱਟੋ ਘੱਟ ਇਹਨੂੰ 20-25 ਸਾਲ ਹੋ ਗਏ। ਪਹਿਲਾਂ ਤਾਂ ਇਹ ਡੋਡੇ ਵੇਚਦੀਆਂ ਹੁੰਦੀਆਂ ਸੀਗੀਆਂ ਤੇ ਉਸ ਤੋਂ ਬਾਅਦ ਫਿਰ ਚਲੋ ਗੋਲੀਆਂ ਤੇ ਆ ਗਏ। ਹੁਣ ਆ ਘੱਟੋ ਘੱਟ 10-15 ਕੁ ਸਾਲ ਹੋ ਗਏ, ਜਾਣੀ ਕਿ ਜਦੋਂ ਤੇ ਚਿੱਟਾ ਸ਼ੁਰੂ ਹੋਇਆ ਉਦੋਂ ਤੇ ਇਹ ਚਿੱਟਾ ਵੇਚ ਰਹੇ ਸੀ। ਆ ਉਹਨਾਂ ਦੇ ਬਿੱਡਾਂ ਦੇ ਵਿੱਚੋਂ ਪੈਸੇ ਮਿਲੇ ਆ, ਸਾਨੂੰ ਪਤਾ ਹੀ ਨਹੀਂ ਹੈਗਾ ਕਿੰਨੇ ਠੀਕ ਆ, ਕੋਈ ਗਿਣਤੀ ਨਹੀਂ ਆ ਵੀ। ਆਪਾਂ ਇਕੱਲੇ ਪ੍ਰਸ਼ਾਸਨ ਤੇ ਨਾ ਰਹੀਏ, ਪੁਲਿਸ ਤੇ ਨਾ ਇਕੱਲੇ ਤੇ ਰਹੀਏ, ਆਪਦੇ ਮਾਨ ਸਰਕਾਰ ਅੱਗੇ ਮੇਰੀ ਹੱਥ ਜੋੜ ਕੇ ਬੇਨਤੀ ਆ ਵੀ ਪਿੰਡ ਦੇ ਵਿੱਚੋਂ ਸਰਪੰਚ ਆਪ ਜਾਗਰੂਕ ਹੋਣ। ਸਤਿ ਸ਼੍ਰੀ ਅਕਾਲ ਜੀ, ਰੋਜ਼ਾਨਾ ਸਪੋਕਸਮੈਨ ਦੇਖ ਰਹੇ ਹੋ ਤੁਸੀਂ ਤੇ ਮੈਂ ਰਾਜਵਿੰਦਰ ਸਿੰਘ। ਪਿੰਡ ਮੰਡਿਆਣੀ ਜੋ ਪਿਛਲੇ ਕੁਝ ਦਿਨਾਂ ਤੋਂ ਚਰਚਾ ਦਾ ਵਿਸ਼ਾ ਬਣਿਆ ਹੋਇਆ, ਤੁਹਾਨੂੰ ਦੱਸ ਦਈਏ ਕਿ ਪਿੰਡ ਮੰਡਿਆਣੀ ਦੇ ਵਿੱਚ ਖੁਦ ਇੱਕ ਮਹਿਲਾ ਸਰਪੰਚ ਆ ਉੱਥੋਂ ਦੀ, ਜਿਹਨੇ ਮਹਿਲਾ ਸਰਪੰਚ ਨੇ ਖੁਦ ਜਿਹੜੀ ਹੈ ਰੇਡ ਕਰਕੇ ਆਪਣੇ ਪਿੰਡ ਦੇ ਹੀ ਜਿਹੜੇ ਵਾਸੀ ਨੇ ਉਹਨਾਂ ਦੇ ਘਰੋਂ ਕੁਝ ਨਸ਼ਾ ਪਤਾ ਬਰਾਮਦ ਕੀਤਾ ਤੇ ਪੁਲਿਸ ਦੇ ਹਵਾਲੇ ਜਿਹੜੇ ਨੇ ਲੋਕ ਕੀਤੇ। ਤੁਸੀਂ ਦੇਖ ਸਕਦੇ ਹੋ ਅਸੀਂ ਪਿੰਡ ਦੇ ਵਿੱਚ ਮੌਜੂਦ ਹਾਂ। ਪਿੰਡ ਦੀ ਜਿਹੜੀ ਸੱਥ ਆ, ਪਿੰਡ ਦੇ ਲੋਕ ਬੈਠੇ ਨੇ, ਅਸੀਂ ਕਹਿ ਸਕਦੇ ਹਾਂ ਕਿ ਬੁੱਧੀਜੀਵੀ ਲੋਕ ਬੈਠੇ ਨੇ, ਉਹਨਾਂ ਨਾਲ ਗੱਲਬਾਤ ਕਰਾਂਗੇ। ਇੱਧਰ ਸਰਪੰਚ ਸਾਹਿਬ ਬੈਠੇ ਨੇ, ਮਹਿਲਾ ਸਰਪੰਚ ਨੇ, ਪਰ ਕਿਤੇ ਨਾ ਕਿਤੇ ਇੱਕ ਦਲੇਰੀ ਵਾਲਾ ਕੰਮ ਕੀਤਾ, ਬਹਾਦਰੀ ਵਾਲਾ ਕੰਮ ਕੀਤਾ, ਜਿਨ੍ਹਾਂ ਨੇ ਜਿਹੜੀ ਪਹਿਲ ਕੀਤੀ ਆ ਨਸ਼ੇ ਦੇ ਖਿਲਾਫ ਲੜਦੇ ਸੀ। ਗੱਲਬਾਤ ਇਹਨਾਂ ਨਾਲ ਵੀ ਕਰਾਂਗੇ। ਪਹਿਲਾਂ ਸ਼ੁਰੂਆਤ ਇੱਥੋਂ ਹੀ ਕਰ ਲੈਂਦੇ ਹਾਂ। ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਰੋਜ਼ਾਨਾ ਸਪੋਕਸਮੈਨ ਦੇ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਇੱਥੇ ਮੰਡਿਆਣੀ ਪਿੰਡ ਦੇ ਵਿੱਚ ਆਇਆ ਤੇ ਬਹੁਤ ਧੰਨਵਾਦ ਕਰਦੀ ਹਾਂ। ਅੱਛਾ, ਪਹਿਲਾਂ ਤਾਂ ਇਹ ਦੱਸੋ ਵੀ ਤੁਸੀਂ ਕਦੇ ਸ਼ਿਕਾਇਤ ਕੀਤੀ ਸੀ ਜਾਂ ਕੀ ਲੋੜ ਪੈ ਗਈ ਵੀ ਖੁਦ ਤੁਹਾਨੂੰ ਜਿਹੜਾ ਜਾ ਕੇ ਰੇਡ ਕਰਨੀ ਪਈ? ਨਹੀਂ ਸਰ, ਉਹਦੇ ਬਾਰੇ ਅਸੀਂ ਸੋਚਿਆ ਕੁਛ ਨਹੀਂ ਸੀਗਾ। ਮਤਲਬ ਉਹਨਾਂ ਦਾ ਵੇਚਣ ਦਾ ਜਾਨੀ ਕਿ ਬਹੁਤ ਹੱਦ ਤੋਂ ਵੱਧ ਚੁੱਕਿਆ ਸੀਗਾ, ਤਾਂ ਕਰਕੇ ਮਤਲਬ ਸਾਨੂੰ ਪਿੰਡ ਦੇ ਵਿੱਚ ਗੁੱਸਾ ਹੀ ਸਾਨੂੰ ਇੰਨਾ ਹੋ ਚੁੱਕਿਆ ਸੀ ਵੀ ਸਾਡੇ ਕਹਿਣ ਦੇ ਬਾਵਜੂਦ ਵੀ ਉਹ ਹਟ ਨਹੀਂ ਸੀ ਰਹੇ, ਤੇ ਤਾਂ ਕਰਕੇ ਅਸੀਂ ਪ੍ਰਸ਼ਾਸਨ ਨੂੰ ਪੁਲਿਸ ਨੂੰ ਨਾਲ ਲੈ ਕੇ ਉਹਨਾਂ ਦੇ ਘਰ 'ਤੇ ਰੇਡ ਕੀਤੀ ਆ। ਅੱਛਾ, ਜਿਸ ਤਰ੍ਹਾਂ ਤੁਸੀਂ ਰੇਡ ਕੀਤੀ, ਸਾਰਾ ਪਿੰਡ ਤੁਹਾਡੇ ਨਾਲ ਆ ਜਾਂ ਪਿੰਡ ਦੇ ਜਿਹੜੇ ਵਾਸੀ ਨੇ ਜਾਂ ਕਹਿ ਦਈਏ ਹੁਣ ਵੀ ਬੈਠੇ ਨੇ, ਕਿੰਨੇ ਕੁ ਲੋਕ ਜਿਹੜੇ ਨੇ ਇਸ ਗੱਲ ਤੋਂ ਖੁਸ਼ ਨੇ? ਸਰ ਜਿਸ ਦਿਨ ਅਸੀਂ ਰੇਡ ਕੀਤੀ ਆ ਜਾਂ ਜਿਸ ਦਿਨ ਅਸੀਂ ਧਰਨਾ ਲਾਇਆ ਉਸ ਦਿਨ ਤੋਂ ਸਾਰਾ ਪਿੰਡ ਮੰਡਿਆਣੀ ਦੇ ਵਿੱਚ ਕੋਈ ਪਾਰਟੀਬਾਜ਼ੀ ਨਹੀਂ ਹੈਗੀ ਤੇ ਸਾਰੇ ਪਿੰਡ ਇਕਜੁੱਟ ਹੋ ਕੇ ਅਸੀਂ ਇਸ ਨਸ਼ੇ ਵਿਰੁੱਧ ਸਾਰਿਆਂ ਨੇ ਇਕਜੁੱਟ ਹੋ ਕੇ ਮੁਹਿੰਮ ਵਿੱਢੀ ਆ। ਇਹਦੇ ਵਿੱਚ ਕੋਈ ਪਾਰਟੀਬਾਜ਼ੀ ਦਾ ਮੁੱਦਾ ਨਹੀਂ ਤੇ ਹੁਣ ਵੀ ਵੀਰ ਮੇਰੇ ਸਾਰਾ ਸਾਥ ਦੇ ਰਹੇ ਹੈਗੇ ਜੀ। ਬਿਲਕੁਲ, ਪਹਿਲਾਂ ਪਿੰਡ ਵਾਸੀਆਂ ਨਾਲ ਵੀ ਗੱਲਬਾਤ ਕਰਦੇ ਹਾਂ। ਸਾਡੇ ਨਾਲ ਕੁਝ ਬੈਠੇ ਨੇ ਲੋਕ, ਸੂਝਵਾਨ ਲੋਕ, ਗੱਲਬਾਤ ਕਰਾਂਗੇ। ਸਰ ਮੁੱਦਾ ਕੀ ਸੀਗਾ, ਕਿਉਂ ਲੋੜ ਪੈ ਗਈ ਵੀ ਤੁਹਾਨੂੰ ਖੁਦ ਜਾਣਾ ਪੈ ਗਿਆ, ਉਹ ਵੀ ਆਪਣੇ ਹੀ ਪਿੰਡ ਵਾਲਿਆਂ ਦੇ ਖਿਲਾਫ? ਦੇਖੋ ਜੀ, ਇਹ ਪ੍ਰਸ਼ਾਸਨ ਕੁਛ ਨਹੀਂ ਕਰ ਰਿਹਾ ਸੀ। 2-3 ਵਾਰੀ ਅਸੀਂ ਪਹਿਲਾਂ ਕੰਪਲੇਨ ਲਿਖਾਈ ਉਹਨਾਂ ਨੂੰ, ਕੋਈ ਨਹੀਂ ਆਇਆ ਇੱਥੇ ਸਾਡੇ ਕਹੇ ਤੋਂ, ਤਾਂ ਕਰਕੇ ਸਾਨੂੰ ਆਪ ਮੁੱਦਾ ਚੱਕਣਾ ਪਿਆ। ਜੇ ਗੱਲ ਕਰੀਏ ਪਿੰਡ ਦੇ ਵਿੱਚ ਕਿੰਨੇ ਕੁ ਸਮੇਂ ਤੋਂ ਜਿਹੜਾ ਨਸ਼ਾ ਵਿਕਦਾ ਸੀ ਜਾਂ ਕਿੰਨੇ ਕੁ ਸਮੇਂ ਤੋਂ ਜਿਹੜੇ ਲੋਕ ਸੀਗੇ ਇਹੋ ਜਿਹਾ ਕਾਰੋਬਾਰ ਕਰ ਰਹੇ? ਇਹ ਤਾਂ ਹੀ ਬਹੁਤ ਚਿਰ ਦਾ ਚੱਲਦਾ ਕੰਮ, ਇਹ 5-6 ਸਾਲ ਤੋਂ ਤਾਂ ਬਹੁਤ ਜ਼ਿਆਦਾ ਹੀ ਚੱਲਦਾ ਹੀ ਹੁਣ ਤਾਂ। ਅੱਛਾ, ਤੁਸੀਂ ਕੰਪਲੇਂਟ ਕਰਦੇ ਹੋਏ ਸੀ? ਕੰਪਲੇਂਟ ਬਹੁਤ ਵਾਰੀ ਕੀਤੀ ਜੀ, ਕੋਈ ਕੰਪਲੇਂਟ 'ਤੇ ਕੋਈ ਅਸਰ ਨਹੀਂ ਹੋਇਆ, ਉਹਨਾਂ ਨੂੰ ਕੋਈ ਨਹੀਂ ਆਉਂਦਾ ਸੀ ਇੱਥੇ। ਅੱਛਾ, ਕਿੰਨੇ ਕੁ ਨੌਜਵਾਨ ਜਿਹੜੇ ਸੀਗੇ ਬਾਹਰਲੇ ਪਿੰਡ ਦੇ ਨੌਜਵਾਨ ਹੀ ਲੈਣ ਆਉਂਦੇ ਸੀ ਜਾਂ ਪਿੰਡ ਵਾਸੀ ਜਿਹੜੇ ਸੀ ਉਹ ਵੀ ਕੁਝ ਲੈਂਦੇ ਸੀ? ਪਿੰਡ ਦੇ ਬੰਦੇ ਬਹੁਤ ਮੁੰਡੇ ਲੈਂਦੇ ਨੇ ਜੀ। ਅੱਛਾ, ਬਾਹਰੋਂ ਤਾਂ ਬਹੁਤ ਜ਼ਿਆਦਾ ਆਉਂਦੇ ਸੀ, 15 ਉੱਧਰੋਂ ਆ ਜਾਏ, 10 ਇੱਧਰੋਂ ਆ ਜਾਏ, ਤਾਂ ਚੱਲੀ ਜਾਂਦਾ ਸੀ ਸਾਰੀ ਦਿਹਾੜੀ ਰਾਤ। ਤੇ ਮਜਬੂਰ ਹੋ ਕੇ ਜਿਹੜਾ? ਹਾਂਜੀ ਹਾਂਜੀ, ਮਜਬੂਰ ਹੋ ਕੇ ਤੁਹਾਨੂੰ ਇਹ ਕਦਮ ਚੁੱਕਣਾ ਪਿਆ। ਜੇ ਗੱਲ ਕਰੀਏ ਪਿੰਡ ਵਾਸੀ ਹੋਰ ਵੀ ਬੈਠੇ ਨੇ, ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ। ਬਜ਼ੁਰਗੋ, ਕਿੰਨਾ ਕੁ ਤੁਸੀਂ ਕਿੱਦਾਂ ਦੇਖਦੇ ਸੀ ਜਾਂ ਕੋਈ ਅਜਿਹਾ ਕੋਈ ਪਿੰਡ ਦੇ ਵਿੱਚ ਕੋਈ ਨੁਕਸਾਨ ਹੋਇਆ ਹੋਵੇ ਨੌਜਵਾਨ ਦਾ ਵੀ ਨਸ਼ੇ ਪੱਤੇ ਕਾਰਨ? ਕਿਉਂਕਿ ਅਸੀਂ ਦੇਖਿਆ ਵੀ ਚਿੱਟੇ ਨਾਲ ਮੌਤਾਂ ਬਹੁਤ ਹੋਈਆਂ ਨੇ। ਸਾਡੇ 14-15 ਹੋ ਗਈਆਂ ਜੀ। ਮੇਰਾ ਖੁਦ ਭਤੀਜਾ ਗਿਆ ਜੀ। ਹਾਂਜੀ, ਸਾਡੇ ਮੇਜਰ ਸਾਹਿਬ ਸੇ ਉਹਦੇ ਪੁੱਤਾ ਸੀਗਾ, ਉਹ ਵੀ ਗਿਆ ਜੀ। ਹਾਂਜੀ, ਸਾਡੇ ਚੋਰੀਆਂ ਬਹੁਤ ਹੋ ਰਹੀਆਂ ਜੀ। ਅੱਛਾ ਜੀ, ਹਾਂਜੀ ਹਾਂਜੀ, ਨਸ਼ੇ ਵਾਲੇ ਆਹ ਸਾਹਮਣੇ ਗੇਟ ਦੀ ਦਾ ਇੱਥੇ ਲਾ ਕੇ ਵੇਚਤਾ ਜੀ, ਆਹ ਖੰਭੇ ਨਾਲੋਂ ਹੀ। ਅੱਛਾ ਜੀ, ਹਾਂਜੀ। ਜਿਹੜੇ ਪਿੰਡ ਦੇ ਲੋਕ, ਜਿਵੇਂ ਹੁਣ ਪਿੰਡ ਦੇ ਵਾਸੀ ਜਾਂ ਪਿੰਡ ਵਾਲਿਆਂ ਨੂੰ ਸਮਝਾਇਆ ਨਹੀਂ ਪਹਿਲਾਂ, ਤੁਸੀਂ ਇਹਨਾਂ ਨੂੰ ਚੇਤਾਵਨੀ ਨਹੀਂ ਦਿੱਤੀ? ਚੇਤਾਵਨੀਆਂ ਦਿੱਤੀਆਂ ਜੀ। ਅੱਛਾ, ਨਹੀਂ, ਸਾਨੂੰ ਤਾਂ ਮੈਂ ਗਾਲਾਂ ਕੱਢਦੇ ਸੀ। ਅੱਛਾ, ਹਾਂਜੀ, ਮੰਨੇ ਨਹੀਂ ਜਾਣੇ? ਨਹੀਂ, ਬਹੁਤ ਵਾਰੀ ਇਕੱਠੇ ਹੋ ਕੇ ਸਮਝਾਇਆ ਜੀ, ਇਹ ਕਿਤੇ ਕਰ ਲਓ, ਜੇ ਤੱਕ ਥੋੜ੍ਹਾ ਜਿਹਾ ਲਾ ਲਓ। ਅੱਛਾ, ਨਹੀਂ ਹਟਦੇ ਅਸੀਂ ਪੈਸੇ ਭਰਦੇ ਹਾਂ ਜੀ, ਮਹੀਨੇ ਭਰਦੇ ਹਾਂ ਜੀ। ਇਹ ਗੱਲ ਉਹ ਜਿਹੜਾ ਨਸ਼ਾ ਵੇਚਣ ਵਾਲੇ ਕਹਿੰਦੇ ਸੀ? ਹਾਂਜੀ। ਤੇ ਫਿਰ ਤਾਂ ਕਰਕੇ ਤੁਹਾਨੂੰ ਕਦਮ ਜਿਹੜਾ ਚੁੱਕਣਾ? ਹਾਂਜੀ, ਫੇਰ ਚੁੱਕਣਾ ਪਿਆ ਜੀ ਸਾਨੂੰ। ਫਿਰ ਅਸੀਂ ਪਹਿਲਾਂ ਜੀਟੀ ਰੋਡ 'ਤੇ ਧਰਨਾ ਲਾਇਆ। ਜੀਟੀ ਰੋਡ ਧਰਨਾ ਲਾ ਕੇ ਫਿਰ ਸਾਡੇ ਨਾਲ ਮੁੱਲਾਬਦ ਆਖਿਆ ਦੀ ਪੁਲਿਸ ਆਈ ਸਾਰੀ। ਫਿਰ ਅਸੀਂ ਇਹਨਾਂ ਨਾਲ ਸਰਪੰਚ ਸਾਹਿਬ ਦੇ ਨਾਲ ਆ ਕੇ ਪੂਰੇ ਪਿੰਡ ਨੇ 2000 ਬੰਦਾ ਸੀ। ਅਸੀਂ ਇਹਨਾਂ ਦੇ ਘਰ ਦੀਆਂ ਸਾਰੀਆਂ ਤਲਾਸ਼ੀਆਂ ਲਈਆਂ।
ਤੇ ਇੱਥੇ ਟੂਆਂ ਬਹੁਤ ਬਰਾਮਦੀਆਂ 1.5 ਲੱਖ ਰੁਪਈਆ ਵੀ ਬਰਾਮਦ ਹੋਇਆ ਇੱਥੋਂ ਤੇ ਗੈਸ ਸਿਲੰਡਰੀਆਂ ਹੋਣਗੀਆਂ 12-14 ਢੋਲੀਆਂ ਤੇ ਜਿਹੜੀਆਂ ਜ਼ਿਮੀਦਾਰ ਸਪਰੇਅ ਪੰਪ ਕਰਦੇ ਆ ਉਹ ਬਹੁਤ ਪਏ ਉਹਨਾਂ ਦੇ ਘਰੇ ਸਾਰਾ ਕੁਝ ਪ੍ਰੂਫ ਦਿਖਾਇਆ ਜੀ ਅਸੀਂ। ਲੱਗਦਾ ਵੀ ਇਹ ਕੋਈ ਚੋਰੀ ਵਾਲਾ ਮਾਮਲਾ ਸੀ ਜਾਂ ਉਹਨਾਂ ਨੂੰ ਜਿਹੜੇ ਲੋਕ ਸੀਗੇ ਜਿਹੜੇ ਨਸ਼ੇ ਦੇ ਮਤਲਬ ਤੋੜ ਵਾਲੇ ਬੰਦੇ ਉਹਨਾਂ ਨੂੰ ਵੇਚ-ਬੁੱਝ ਗਏ ਹੋਣਗੇ? ਯਾਰ ਇਹ ਬਾਈ ਜੀ ਜਿੰਨਾ ਵੀ ਆਪਣੇ ਢੋਲੀਆਂ ਪਈਆਂ ਨੇ ਸਪਰੇਅ ਵਾਲੀਆਂ ਪਈਆਂ ਗੈਸ ਸਿਲੰਡਰ ਪਏ ਆ ਚੁੱਲ੍ਹੇ ਪਏ ਆ ਉਹ ਸਾਰੇ ਚੋਰੀ ਦਾ ਮਾਲ ਆਇਆ ਜੀ ਚੋਰੀ ਦਾ ਰਖਾਇਆ ਹੋਇਆ ਇਹਨਾਂ ਦੇ ਅੰਦਰ। ਉਹਦੇ ਖਿਲਾਫ ਵੀ ਕਾਰਵਾਈ ਦੀ ਮੰਗ ਕੀਤੀ ਗਈ ਸੀ? ਕਿਆ ਕਰਨੀ ਆ ਜੀ ਅਸੀਂ ਉਹ ਕਿਹਾ ਵਾ ਸਾਡੇ ਸਰਪੰਚ ਸਾਹਿਬ ਨੇ ਕਿਹਾ ਵੀ ਜਿੰਨਾ ਚੱਕ ਕੇ ਲਿਆ ਕੋਈ ਚਾਹੇ ਪਿੰਡੋਂ ਚੱਕ ਕੇ ਲਿਆ ਬਾਹਰੋਂ ਲਿਆ ਤਾਂ ਅਸੀਂ ਉਹਨਾਂ ਦੇ ਸਿਲੰਡਰ ਵਾਪਸ ਕਰਾਵਾਂਗੇ ਜੀ ਅਸੀਂ। ਜੀ ਬਿਲਕੁਲ ਕਿਤੇ ਨਾ ਕਿਤੇ ਜਿਸ ਤਰ੍ਹਾਂ ਦੱਸ ਰਹੇ ਨੇ ਕਿ ਪਿੰਡ ਵਾਸੀ ਜਿਹੜੇ ਨੇ ਕਾਫੀ ਲੰਬੇ ਸਮੇਂ ਤੋਂ ਪਰੇਸ਼ਾਨ ਸੀ। ਜਿਸ ਤਰ੍ਹਾਂ ਤੁਸੀਂ ਨੌਜਵਾਨ ਹੋ ਬਾਈ ਜੀ ਪਿੰਡ ਦੇ ਵਿੱਚ ਜਿਹੜੇ ਹੁਣ ਜਿੱਦਾਂ ਵਿਕਦਾ ਵੀ ਸੀਗਾ ਕਹਿੰਦੇ ਪਿੰਡ ਵਾਸੀ ਲਾਉਂਦੇ ਵੀ ਸੀ, ਕਿੱਦਾਂ ਦੀ ਜਿਹੜੀ ਆ ਮੁਹਿੰਮ ਹੁਣ ਜਿਹੜੀ ਚਲਾਈ ਗਈ ਜਾਂ ਕਿੱਦਾਂ ਦਾ ਜਿਹੜਾ ਸਾਥ ਜਿਹੜਾ ਦਿੱਤਾ ਜਾ ਰਿਹਾ ਵਾ ਸਰਪੰਚ ਸਾਹਿਬ ਦਾ? ਸਰਪੰਚ ਸਾਹਿਬ ਨੇ ਇਹ ਵੀ ਕਿਹਾ ਜਿਹੜੇ ਵੇਚਦੇ ਨੇ ਅਸੀਂ ਉਹਨਾਂ ਨੂੰ ਪਿੰਡ 'ਚੋਂ ਅਸੀਂ ਹੁਣ ਬਾਹਰ ਹੀ ਕਰ ਦਾਂਗੇ, ਇੱਥੇ ਹੀ ਰਹਿਣ ਦੀ ਇਜਾਜ਼ਤ ਨਹੀਂ ਦੇਵਾਂਗੇ ਜੀ। ਅਸੀਂ ਪਿੰਡ ਪੰਚਾਇਤ ਤੌਰ 'ਤੇ ਮਤਾ ਪਾ ਕੇ ਉਹਨਾਂ ਨੂੰ ਪਿੰਡ 'ਚੋਂ ਕੱਢਾਂਗੇ ਜੀ। ਸਮਝਾਇਆ ਵੀ ਜਾ ਰਿਹਾ ਨੌਜਵਾਨਾਂ ਨੂੰ? ਹਾਂਜੀ ਹਾਂਜੀ ਮੁੰਡੇ ਪਰ ਜਿਹੜੇ ਹੁਣ ਨਸ਼ੇ ਦੇ ਆਦੀ ਹੋ ਗਏ ਕਾਹਨੂੰ ਸਮਝਦੇ ਜੀ, ਜਿਹੜੇ ਨਸ਼ੇ ਦੇ ਆਦੀ ਹੋ ਗਏ ਤਾਂ ਇਹਨਾਂ ਦੇ ਭਾਂਡੇ ਭੁੰਡੇ ਧੋਈ ਜਾਂਦੇ ਸੀ ਆ ਕੇ ਜੀ। ਭਾਂਡੇ ਭੁੰਡੇ ਹਾਂ ਉਹਨੇ ਚਿੱਟਾ ਲਵਾ ਦਿੰਦੇ ਸੀ, ਜਿਹਨੂੰ ਕੱਪੜੇ ਧੋਈ ਜਾਂਦੇ ਸੀ। ਨੌਜਵਾਨ ਹੈਗੇ ਸਾਡੇ ਪਿੰਡ ਦੇ ਨੌਜਵਾਨ ਇਦਾਂ ਦੇ ਵੀ ਸੀਗੇ ਜੀ। ਹੁਣ ਬਾਹਰੋਂ ਵੀ ਬਹੁਤ ਹੁਣ ਤਾਂ ਜ਼ਿਆਦਾ ਹੋ ਗਿਆ ਸੀ ਬਹੁਤ ਕੰਮ ਜੀ। ਹਾਂਜੀ 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 ਜੀ ਬਿਲਕੁਲ ਕਿਤੇ ਨਾ ਕਿਤੇ ਜਿਹੜੇ ਨੌਜਵਾਨ ਕਹਿੰਦੇ ਨੇ ਕਿ ਨਸ਼ਾ ਜਿਹੜਾ ਵਾ ਇਸ ਹੱਦ ਤੱਕ ਜਿਹੜਾ ਹੱਡੀ ਰੱਜ ਚੁੱਕਿਆ ਸੀ ਵੀ ਕਿ ਉਹ ਜਿਹੜੇ ਮਜਬੂਰ ਹੋ ਜਾਂਦੇ ਸੀ। ਬਾਈ ਜੀ ਤੁਸੀਂ ਵੀ ਮੁੰਡੇ ਖੁੰਡੇ ਹੋ ਨੌਜਵਾਨ ਹੋ, ਕਿਸ ਤਰ੍ਹਾਂ ਦੇਖਦੇ ਹੋ ਜਿਹੜੀ ਪਹਿਲਾਂ ਤਾਂ ਇਹ ਦੱਸੋ ਵੀ ਪਿੰਡ ਦੇ ਵਿੱਚ ਪੁਲਿਸ ਆਉਂਦੀ ਆ ਤੁਹਾਡੇ ਜਿਹੜੇ ਨਾਲ ਜਾ ਕੇ ਸਰਚ ਅਭਿਆਨ ਚਲਾਉਂਦੀ ਆ, ਕੀ ਤੁਸੀਂ ਲੱਗਦਾ ਨਹੀਂ ਸੀ ਵੀ ਜੇ ਇੱਕ ਪਿੰਡ ਸਾਰਾ ਇੱਕ ਪਾਸੇ ਸੀ ਤਾਂ 2 ਜਾਂ 4 ਘਰਾਂ ਨੂੰ ਸਮਝਾ ਨਹੀਂ ਸਕਦੇ ਸੀ? ਇਹ ਸਮਝਣ ਵਾਲੀ ਹੈ ਹੀ ਨਹੀਂ ਸ਼ਾਇਦ ਜੀ। ਇਹ ਬਹੁਤ ਟਾਈਮ ਹੋ ਗਿਆ ਇਹਨਾਂ ਨੂੰ ਸਮਝਾਉਂਦਿਆਂ ਨੂੰ ਜੀ। ਤਕਰੀਬਨ 10 ਸਾਲ ਹੀ ਹੋ ਗਏ ਜੀ ਇਹਨਾਂ ਨੂੰ। ਪੁਲਿਸ ਵੀ ਮਾੜੀ ਮੋਟੀ ਕਾਰਵਾਈ ਕਰਦੀ ਹੈ ਇਹਨਾਂ 'ਤੇ, ਪਰ ਜੀ ਇਹ ਫਿਰ ਜ਼ਮਾਨਤ ਕਰਵਾ ਕੇ ਬਾਹਰ ਆ ਜਾਂਦੇ ਆ। ਅਸਲ ਵਿੱਚ ਤਾਂ ਹੀ ਚਿੱਟੇ ਵਾਲੇ ਦੀ ਮੈਂ ਤਾਂ ਇਹ ਸੋਚਦਾ ਵੀ ਜ਼ਮਾਨਤ ਹੀ ਨਹੀਂ ਹੋਣੀ ਚਾਹੀਦੀ। ਸਾਲ 6 ਮਹੀਨੇ ਇਹਨਾਂ ਨੂੰ 15 ਦਿਨਾਂ ਬਾਅਦ ਜ਼ਮਾਨਤ ਦੇ ਦਿੰਦੇ। ਇਹ ਪਿੰਡ 'ਚ ਆ ਕੇ ਫਿਰ ਥਾਪੀਆਂ ਮਾਰਦੇ ਆ ਵੀ ਅਸੀਂ ਤਾਂ ਜ਼ਮਾਨਤ 'ਤੇ ਆ ਗਏ ਬਾਹਰ, ਅਸੀਂ ਤਾਂ ਵੇਚਾਂਗੇ, ਕਰ ਲਓ ਤੁਸੀਂ ਕੀ ਕਰਨਾ ਵਾ। ਸਾਡਾ ਤਾਂ ਹੁਣ ਇਹੀ ਮਕਸਦ ਆ। ਅਸੀਂ ਸਰਪੰਚ ਸਾਹਿਬ ਨੂੰ ਵੀ ਕਿਹਾ ਵਾ ਵੀ ਇਹਨਾਂ ਨੂੰ ਮਤਾ ਪਾ ਕੇ ਪਿੰਡ 'ਚੋਂ ਬਾਹਰ ਹੀ ਕੱਢਣਾ ਵਾ ਜੀ। ਸਾਡਾ ਇਹੀ ਮਕਸਦ ਆ ਹੁਣ ਮੇਨ। ਪਰ ਜੇ ਬਾਈ ਜੀ ਦੂਸਰੇ ਪਿੰਡ ਜਾਂਦੇ ਆ ਤਾਂ ਦੂਸਰੇ ਪਿੰਡ ਦਾ ਵੀ ਨੁਕਸਾਨ ਕਰਨਗੇ। ਕਿਉਂ ਨਾ ਅਜਿਹਾ ਕੋਈ ਸਕੀਮ ਬਣਾਈ ਜਾਵੇ ਜਾਂ ਪੁਲਿਸ ਦੇ ਮਤਲਬ ਨੱਥ ਪਾਈ ਜਾਵੇ ਇਹਨਾਂ ਦੇ ਉੱਪਰ ਵੀ ਇਹਨਾਂ ਦੇ ਜਿਹੜਾ ਘਰ ਆਉਂਦਾ ਵਾ ਉਹਦੀ ਵੀ ਤਲਾਸ਼ੀ ਲਈ ਜਾ ਲਵੇ ਜਾਂ ਪੁਲਿਸ ਜਾਂ CCTV ਕੈਮਰੇ ਲੱਗੇ ਹੁਣ ਵੀ ਪਤਾ ਲੱਗੇ 24 ਘੰਟੇ ਕੀ ਕਰਦੇ ਨੇ। ਹਾਂਜੀ ਸਾਰਾ ਕਾਰਵਾਈ ਤਾਂ ਕਰਨੀ ਚਾਹੀਦੀ ਹੈ ਜੀ। ਹੁਣ ਮੰਨ ਲਓ ਜੇ ਦੂਜੇ ਪਿੰਡ 'ਚ ਜਾਣਗੇ ਇਹ ਤਾਂ ਉਹ ਵੀ ਪਿੰਡ ਵਾਲਿਆਂ ਨੂੰ ਸਾਥੋਂ ਹੀ ਸੇਧ ਲੈ ਲੈਣ ਜੀ। ਦੂਜੇ ਪਿੰਡ ਵਾਲੇ ਵੀ ਇਹਨਾਂ ਨੂੰ ਆਪਦੇ ਪਿੰਡ ਵਿੱਚ ਰਹਿਣ ਹੀ ਨਾ ਦੇਣ, ਹਰ ਇੱਕ ਜਗ੍ਹਾ ਤੋਂ ਭਜਾਉਣ। ਠੀਕ ਹੈ ਜੀ, ਤਾਂ ਕਰਕੇ ਫੇਰ ਹੀ ਇਹ ਥੋੜ੍ਹੇ ਤੱਕ ਵੱਡੇ ਆ ਜੀ। ਇਹਨਾਂ ਦਾ ਕੰਮ ਹਾਈ ਲੈਵਲ 'ਤੇ ਚੱਲਦਾ ਵਾ ਜੀ। ਤਕਰੀਬਨ 1.5 ਲੱਖ ਰੁਪਈਆ ਨਗਦੀ ਇਹਨਾਂ ਦੇ ਘਰੋਂ ਫੜੀ ਗਈ ਹੈ ਜੀ। ਤੇ ਇਹ ਲਾਈਵ ਵੀ ਹੋਏ ਸੀਗੇ ਜੀ ਆਪਦੇ ਫੋਨ 'ਤੇ। ਇਹ ਕਹਿੰਦੇ ਵੀ ਅਸੀਂ ਇਹੋ ਜਿਹਾ ਕੰਮ ਕਰਦੇ ਨਹੀਂ। ਜੇ ਕੰਮ ਨਹੀਂ ਕਰਦੇ ਸੀ ਤਾਂ 1.5 ਲੱਖ ਰੁਪਈਆ ਇਹਨਾਂ ਦੇ ਘਰੋਂ ਕਿਵੇਂ ਨਿਕਲਿਆ ਆ? ਜਾਂ ਕੋਈ ਗਹਿਣੇ ਜਿਹੜੇ ਵੀ ਕਿਸੇ ਭੈਣ ਦੇ ਗਹਿਣੇ ਆ ਜਾਂ ਕਿਸੇ ਮਾਂ ਦੇ ਗਹਿਣੇ ਆ, ਵਾਲੀਆਂ, ਠੀਕ ਆ ਜੀ, ਜਿਹੜੇ ਮੁੰਡੇ ਲੁੱਟਾਂ ਖੋਹਾਂ ਕਰਦੇ ਆ ਜਾਂ ਉਹ ਲਿਆ ਕੇ ਇਹਨਾਂ ਕੋਲ ਗਹਿਣੇ 'ਚ ਧਰਦੇ ਆ। ਠੀਕ ਆ ਜੀ, ਹੁਣ ਕਈ ਬੰਦੇ ਤਾਂ ਇਹੋ ਜਿਹੇ ਵੀ ਇਹਨਾਂ ਦੇ ਘਰੇ ਭਾਂਡੇ ਮਾਂਜਦੇ ਆ ਜੀ ਚਿੱਟਾ ਲਾਉਣ ਦੀ ਖਾਤਰ। ਉਹ ਤੋਂ ਭਾਂਡੇ ਮਜਾ ਲੈਂਦੇ ਆ, ਚਿੱਟਾ ਲਵਾ ਦਿੰਦੇ ਆ ਉਹਨਾਂ ਨੂੰ। ਜਾਂ ਕੋਈ ਮਿਸਤਰੀ ਨਾਲ ਦਿਹਾੜੀ ਲਾਉਂਦੇ ਆ। ਹੁਣ ਇਹ ਐਂ ਤਾਂ ਕਹੀ ਜਾਂਦੇ ਸਾਡੇ ਚਾਦਰਾਂ 'ਤੇ ਮਕਾਨ ਪਾਇਆ। ਚਾਦਰਾਂ ਦੇ ਥੱਲੇ ਇਹ ਵੀ ਦੇਖੋ ਨਾ ਪੱਥਰ ਵੀ ਲੱਗਿਆ ਹੋਇਆ ਵਾ। ਉਹ ਕਿੱਥੋਂ ਲੱਗਿਆ ਹੋਇਆ ਵਾ? ਚਾਦਰਾਂ ਵਾਲੇ ਤੋਂ ਤਾਂ ਪਲਾਸਟਰ ਵੀ ਨਹੀਂ ਹੁੰਦਾ ਗਾ। ਇਹਨਾਂ ਨੇ ਪੱਥਰ ਕਿੱਥੋਂ ਲਵਾ ਲਿਆ? ਇਹਦਾ ਚਾਦਰਾਂ ਕੋਈ ਬਣਾਇਆ ਹੋਇਆ ਵਾ ਜੀ ਵੀ ਅਸੀਂ ਇਹੋ ਜਿਹਾ ਕੋਈ ਨਹੀਂ ਕਰਦੇ। ਸਾਡਾ ਘਰ-ਬਾਰ ਦੇਖ ਲਓ। ਇਹਦਾ ਸ਼ੋਸ਼ੇਬਾਜ਼ੀਆਂ ਕਰਦੇ ਆ ਜੀ। ਹਾਈ ਲੈਵਲ 'ਤੇ ਕੰਮ ਆ। ਮੇਰੇ ਹਿਸਾਬ ਨਾਲ ਤਕਰੀਬਨ ਇਹ ਰੋਜ਼ 60-70 ਹਜ਼ਾਰ ਲੱਖ ਖੰਡ ਦੇ ਕਰੀਬ ਚਿੱਟਾ ਵੇਚਦੇ ਹੋਣੇ ਰੋਜ਼ ਦਾ। ਕੋਈ ਗੱਡੀਆਂ ਗੁੱਡੀਆਂ ਵੀ ਰੱਖੀਆਂ ਹੋਈਆਂ ਇਹਨਾਂ ਨੇ? ਨਹੀਂ ਗੱਡੀਆਂ ਦਾ ਤਾਂ ਨਹੀਂ ਪਤਾ। ਇਹ ਮੋਟਰਸਾਈਕਲਾਂ 'ਤੇ ਕਰਦੇ ਆ ਜੀ। ਇਹ ਹਾਈਲਾਈਟ ਤਾਂ ਹੁੰਦੇ ਹੀ ਨਹੀਂ ਐਸੇ ਲੋਟ ਗੱਡੀਆਂ ਗੁੱਡੀਆਂ ਲਿਆ ਕੇ ਜਾਂ ਕੋਈ ਹੋਰ। ਇਹ ਤਾਂ ਐਂ ਕਹਿੰਦੇ ਵੀ ਸਾਡੇ ਕੋਲ ਕੀ ਆ ਜੀ, ਅਸੀਂ ਤਾਂ ਗਰੀਬ ਬੰਦੇ ਆਏ ਵੀ ਬਹੁਤ ਗੱਲਾਂ ਬਾਤਾਂ ਕਰਦੇ ਆ। ਪਰ ਇਹਨਾਂ ਦੇ ਬਿੱਡਾਂ 'ਚ ਹੁਣ ਇੰਨੇ ਪੈਸੇ, ਸਿਲੰਡਰ, ਢੋਲੀਆਂ। ਸਾਡੇ ਘਰੇ 12 ਸਿਲੰਡਰ ਹੈ ਨਹੀਂ ਗੇ। ਮੇਰਾ ਦਾਦਾ ਵੀ ਜੋਬ ਕਰਦਾ ਸੀਗਾ ਸਰਕਾਰੀ, ਪੜਦਾਦਾ ਵੀ ਕਰਦਾ ਸੀ, ਮੇਰਾ ਡੈਡੀ ਵੀ ਕਰਦਾ। ਸਾਡੇ ਘਰੇ ਤਾਂ 12 ਸਿਲੰਡਰ ਹੈ ਨਹੀਂ। ਇਹਨਾਂ ਦੇ ਘਰੋਂ ਕਿੱਥੋਂ ਨਿਕਲੇ ਜਾਂ ਕੋਈ ਹੋਰ ਇੰਨਾ ਕੀਮਤੀ ਸਮਾਨ ਇਹਨਾਂ ਦੇ ਘਰੋਂ ਕਿੱਥੋਂ ਆਇਆ ਵਾ? ਬਿਲਕੁਲ ਕਿਤੇ ਨਾ ਕਿਤੇ ਵੱਡੇ ਸਵਾਲ ਜਿਹੜੇ ਨੇ ਖੜੇ ਕੀਤੇ ਜਾ ਰਹੇ ਨੇ। ਸਰਪੰਚ ਸਾਹਿਬ ਜਿੱਦਾਂ ਕਿੰਨੇ ਕੁ ਲੰਬੇ ਸਮੇਂ ਤੋਂ ਪਹਿਲਾਂ ਤਾਂ ਇਹ ਦੱਸੋ ਪਿੰਡ 'ਚ ਰਹਿੰਦੇ ਸੀ ਜਾਂ ਕਿੰਨੇ ਕੁ ਲੰਬੇ ਸਮੇਂ ਤੋਂ ਜਿਹੜਾ ਇਹ ਅਜਿਹਾ ਕਾਰੋਬਾਰ ਚਲਾਉਂਦੇ ਸੀ? ਸਰ ਘੱਟੋ ਘੱਟ ਇਹਨੂੰ 20-25 ਸਾਲ ਹੋ ਗਏ। ਪਹਿਲਾਂ ਤਾਂ ਇਹ ਡੋਡੇ ਵੇਚਦੀਆਂ ਹੁੰਦੀਆਂ ਸੀਗੀਆਂ ਤੇ ਉਸ ਤੋਂ ਬਾਅਦ ਫਿਰ ਚਲੋ ਗੋਲੀਆਂ ਤੇ ਆ ਗਏ। ਹੁਣ ਆ ਘੱਟੋ ਘੱਟ 10-15 ਕੁ ਸਾਲ ਹੋ ਗਏ, ਯਾਨੀ ਕਿ ਜਦੋਂ ਤੇ ਚਿੱਟਾ ਸ਼ੁਰੂ ਹੋਇਆ ਉਦੋਂ ਤੇ ਇਹ ਚਿੱਟਾ ਵੇਚ ਰਹੇ ਸੀਗੇ। ਪਰ ਕਿਤੇ ਨਾ ਕਿਤੇ ਮਾਵਾਂ ਦੇ ਪੁੱਤ ਰੋਜ਼ ਅਖਬਾਰਾਂ 'ਚ ਖਬਰਾਂ ਆਉਂਦੀਆਂ, ਟੈਲੀਵਿਜ਼ਨ 'ਤੇ ਆਉਂਦੀਆਂ ਨੇ ਵੀ ਮਾਵਾਂ ਦੇ ਪੁੱਤ ਮਰਦੇ ਨੇ। ਕਿਤੇ ਇਹਨਾਂ ਲੋਕਾਂ ਨੂੰ ਜਾ ਕੇ ਸਮਝਾਇਆ ਨਹੀਂ? ਇਹਨਾਂ ਲੋਕਾਂ ਨੂੰ ਕਿਹਾ ਨਹੀਂ ਕਦੇ ਵੀ ਭਾਈ ਤੁਸੀਂ ਦੇਖੋ ਵੀ ਕਿਸੇ ਦਾ ਘਰੋਂ ਜਾਣ ਵਾਲ ਲੱਗੇ ਹੋਏ ਹੋ ਤੁਸੀਂ?
ਸਰ ਜਦੋਂ ਵੀ ਇੱਥੇ ਕਿਸੇ ਮੁੰਡੇ ਦੀ ਡੈਥ ਹੁੰਦੀ ਸੀ ਚਿੱਟੇ ਤੋਂ ਬਾਅਦ ਪਿੰਡ ਦੇ ਵਿੱਚ ਅਨਾਉਂਸਮੈਂਟ ਵੀ ਹੁੰਦੀ ਸੀ, ਘੱਟੋ ਘੱਟ ਉਹਨਾਂ ਨੂੰ ਕਹਿੰਦੇ ਵੀ ਹੁੰਦੇ ਸੀ ਵੀ ਇਦਾਂ ਨਾ ਕਰੋ। ਉਹ ਤਾਂ ਸਾਫ਼ ਹੀ ਮੁੱਕਰ ਜਾਂਦੇ ਸੀ ਵੀ ਅਸੀਂ ਤਾਂ ਜੀ ਇਦਾਂ ਦਾ ਕੁਝ ਕਰਦੇ ਹੀ ਨਹੀਂ ਹੈਗੇ। ਉਹ ਤਾਂ ਸਾਫ਼ ਹੀ ਕਹਿ ਦਿੰਦੀਆਂ ਸੀ ਵੀ ਹੁਣ ਵੀ ਜਿਸ ਦਿਨ ਅਸੀਂ ਇਹ ਛਾਪੇਮਾਰੀ ਕੀਤੀ ਆ, ਛੋਟੇ ਛੋਟੇ ਪਾਊਚ ਦੇਖੋ ਐਡੇ ਐਡੇ ਦਿਖਾਏ ਆ ਅਸੀਂ, ਹੈ ਨਾ, ਮੀਡੀਆ ਸਾਹਮਣੇ। ਤੇ ਮੈਨੂੰ ਇਹ ਦੱਸੋ ਵੀ ਐਡੇ ਕੁ ਪਾਊਚ ਤਾਂ ਆਪਾਂ ਕੋਈ ਖੰਡ ਲੈਣ ਜਾਂਦਾ ਜਾਂ ਕੰਪਿਊਟਰਾਈਜ਼ ਕੰਡਾ? ਮੈਂ ਕਹਿੰਦੀ ਹਾਂ ਮੇਰੇ ਪਿੰਡ ਦੇ ਵਿੱਚੋਂ ਜਿੰਨੇ, ਮੈਂ ਕਹਿੰਦੀ ਹਾਂ ਆਹ ਘਰ ਛੱਡ ਕੇ ਚਾਰਾਂ ਦੇ ਵਿੱਚੋਂ ਕਿਸੇ ਪਿੰਡ 'ਚੋਂ ਕੰਪਿਊਟਰਾਈਜ਼ ਐਡਾ ਕੁ ਕੰਡਾ ਕੱਢ ਕੇ ਦਿਖਾ ਦਿਓ, ਲੈ ਅਸੀਂ ਮੰਨ ਜਾਂਗੇ ਵੀ ਇਹ ਝੂਠ ਬੋਲਦੀਆਂ ਨੇਗੀਆਂ। ਓਡੇ ਕੁ ਕੰਡੇ ਦਾ ਸਾਡੇ ਘਰ ਦੇ ਵਿੱਚ ਮਤਲਬ ਕੀ ਆ? ਖੰਡ ਤਾਂ ਨਹੀਂ ਆਉਂਦੇ, ਉਹ ਜਿਹੇ ਕੰਡੇ ਤੇ ਆਉਂਦੀ ਹੈਗੀ, ਇਹ ਤਾਂ ਆਪਾਂ ਵੀ ਮੰਨਦੇ ਹਾਂ, ਠੀਕ ਆ। ਤੇ ਉੱਪਰ ਦੀ ਉਹ ਬੰਦਾ ਸਾਨੂੰ ਕਹਿੰਦਾ ਜੀ ਇਹ ਤਾਂ ਖਰਾਬ ਆ। ਮੈਂ ਕਿਹਾ ਭਰਾਵਾ ਜਿਹੜਾ ਚੱਲਦਾ ਫਿਰ ਸਾਨੂੰ ਉਹ ਦੇ ਦੇ। ਠੀਕ ਹੈ ਜੀ, ਬਿਲਕੁਲ ਸਹੀ। ਠੀਕ ਆ। ਤੇ ਫਿਰ ਸਰਿੰਜਾਂ ਕਿਹਦੇ ਘਰ 'ਚ ਹੁੰਦੀਆਂ ਨੇ ਸਰ? ਬਿਲਕੁਲ ਸਹੀ ਹੈ। ਠੀਕ ਆ। ਜਾਂ ਤਾਂ ਡਾਕਟਰ ਦੇ ਘਰ ਹੀ ਮਿਲਣਗੀਆਂ ਸਰਿੰਜਾਂ ਜਾਂ ਫਿਰ ਨਸ਼ੇ ਪੱਤੇ ਵਾਲੇ ਦੇ ਉਹ ਆਪ ਭਰ ਕੇ ਮੁੰਡੇ ਆਪ ਜਿਹੜੇ ਲਾਉਂਦੇ ਸੀ ਨਾ, ਜਿਹੜੇ ਹਟੇ ਆ ਹੁਣ, ਉਹ ਆਪ ਕਹਿੰਦੇ ਸੀ, ਕਹਿੰਦੇ ਸਰਪੰਚ ਸਾਹਿਬ ਸਾਨੂੰ ਭਰ ਕੇ ਕਹਿ ਦਿੰਦੀਆਂ ਸੀ ਵੀ ਜੇ ਤੁਹਾਨੂੰ ਟੀਕਾ ਵੀ ਨਹੀਂ ਲਾਉਣਾ ਤਾਂ ਉਹ ਵੀ ਮੁੰਡੇ ਰੱਖੇ ਹੋਏ ਸੀ, ਟੀਕਾ ਵੀ ਉਹ ਆਪ ਲਾ ਕੇ ਤੋਰਦੇ ਸੀ। ਹਾਲਾਤ ਦੇਖਿਆ ਤੁਸੀਂ ਜਿਸ ਤਰ੍ਹਾਂ ਦਿਖਾਏ ਨੇ ਵੀ ਹਾਲਾਤ ਕਾਫੀ ਗੰਭੀਰ ਸੀਗੇ। ਤੁਸੀਂ ਬਹੁਤ ਵਧੀਆ ਜਿਹੜਾ ਐਫਰਟ ਕੀਤਾ ਇੱਕ ਮਹਿਲਾ ਹੋਣ ਦੇ ਨਾਤੇ, ਜਾਂ ਮੈਂ ਵੈਸੇ ਹੀ ਗੱਲ ਕਰਦਾ, ਚਲੋ ਸਰਪੰਚ ਹੁੰਦਾ ਵਾ, ਸਰਪੰਚ ਕੋਲੇ ਤਾਕਤ ਹੁੰਦੀ, ਪਰ ਫਿਰ ਵੀ ਇੱਕ ਮਹਿਲਾ ਹੋਣ ਦੇ ਨਾਤੇ ਕਿਤੇ ਮਨ ਨਹੀਂ ਡਰਿਆ ਜਾਂ ਡੋਲਿਆ ਨਹੀਂ? ਨਹੀਂ ਸਰ, ਉਸ ਟਾਈਮ ਤੇ ਸਾਨੂੰ ਸਾਡੀ ਨੌਜਵਾਨ ਪੀੜ੍ਹੀ ਦਿਖਾਈ ਦੇ ਰਹੀ ਸੀ, ਨੌਜਵਾਨ ਦਿਖਾਈ ਦੇ ਰਹੇ ਸੀ ਵੀ 15 ਪੁੱਤ ਅਸੀਂ ਮਾਵਾਂ ਦੇ ਹੱਥੀਂ ਤੋਰ ਚੁੱਕੇ ਹਾਂ, ਤੇ ਉਸ ਟਾਈਮ ਦਿਲ ਨਹੀਂ ਡਰਿਆ, ਨਾ ਹੀ ਹੁਣ ਡਰ ਰਿਹਾ ਗਾ। ਮਤਲਬ ਹੁਣ ਵੀ ਮਨ ਬਣਾਇਆ ਹੋਇਆ ਵੀ ਇਸ ਜਿਹੜੀ ਗੱਲ ਦਾ ਮੁਕਾਬਲਾ ਜਾਂ ਨਸ਼ੇ ਦੇ ਖਿਲਾਫ ਜਿਹੜੀ ਲੜਾਈ ਆ ਕਿਹੜੇ ਹੋ ਕੇ ਲੜਨੀ? ਹਾਂਜੀ ਬਿਲਕੁਲ, ਮੇਰਾ ਪਿੰਡ ਮੇਰਾ ਸਹਿਯੋਗ ਦੇ ਰਿਹਾ ਗਾ। ਬਸ ਮੈਂ ਪਿੰਡ ਦੇ ਹੌਸਲੇ ਨਾਲ ਹੀ ਜਿੱਥੇ ਤੱਕ ਅਸੀਂ ਜਾਵਾਂਗੇ, ਜਿੱਥੇ ਤੱਕ ਸਾਨੂੰ ਅੱਜ ਕਹਿੰਦੇ ਹੁੰਦੇ ਜਿੱਥੋਂ ਤੱਕ ਮਤਲਬ ਅਸੀਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਕੇ ਹਟੇਗਾ, ਜਾਂ ਤਾਂ ਇਹ ਪਿੰਡ ਛੱਡਣਗੇ ਜਾਂ ਇਹ ਆਪਦਾ ਕੰਮ ਬੰਦ ਕਰਨਗੇ। ਸਾਡੇ ਕੋਲ ਤਾਂ ਗੱਲਾਂ ਹੀ ਦੋ ਨੇ ਜੀ, ਅਸੀਂ ਤਾਂ ਨਿਡਰ ਹੋ ਕੇ ਲੜਾਂਗੇ। ਜੇ ਪ੍ਰਸ਼ਾਸਨ ਨਹੀਂ ਕੁਛ ਕਰੂ, ਅਸੀਂ ਆਪਦਾ ਚਾਰੋਂ ਸੜਕਾਂ ਜਿਹੜੀਆਂ ਪਿੰਡੋਂ ਬਾਹਰ ਨਿਕਲਦੀਆਂ ਨੇ, ਚਾਰੋਂ ਸੜਕਾਂ ਜਾਮ ਕਰਕੇ ਅਸੀਂ ਇਹਨਾਂ ਦਾ ਉਹ ਹਾਲ ਕਰਾਂਗੇ ਜਿਹੜਾ ਇਹ ਰਹਿੰਦੀ ਦੁਨੀਆ ਤੱਕ, ਪੰਜਾਬ ਤੱਕ ਯਾਦ ਰਹੂਗਾ ਵੀ ਜਾਂ ਤਾਂ ਚਿੱਟਾ ਹੀ ਵੇਚਣਾ ਬੰਦ ਕਰ ਦੇਣਗੀਆਂ ਜਾਂ ਇਹ ਪਿੰਡ ਹੀ ਛੱਡਣਗੇ। ਗੱਲਾਂ ਹੀ ਦੋ ਨੇ। ਪਹਿਲੀ ਗੱਲ ਤਾਂ ਅਸੀਂ ਮਤਾ ਹੀ ਪਾ ਚੁੱਕੇ ਹਾਂ, ਅਸੀਂ ਇਹਨਾਂ ਨੂੰ ਪਿੰਡ ਦੇ ਵਿੱਚ ਰਹਿਣ ਦੇਣਾ ਹੀ ਨਹੀਂ ਹੈਗਾ। ਅੱਛਾ, ਇੱਕ ਗੱਲ ਮੈਂ ਹੋਰ ਪੁੱਛਣੀ ਚਾਹੁੰਦਾ ਮਾਂ ਜੀ। ਇੱਕ ਕਹਿੰਦੇ ਤੁਹਾਡੇ ਨੇੜੇ ਹੀ ਪਿੰਡ ਆ ਦਾਖਾ ਪਿੰਡ, ਤੁਹਾਡੇ ਨੇੜੇ ਹੀ, ਜਿੱਥੇ ਜਿਹੜਾ ਥੋੜਾ ਮੇਰੇ ਖਿਆਲ 'ਚ ਪਰਸੋਂ ਦੀ ਵੀਡੀਓ ਵਾਇਰਲ ਹੋ ਰਹੀ ਸੀ ਵੀ ਇੱਕ ਨੌਜਵਾਨ ਜਿਹੜਾ ਟੀਕਾ ਲਾ ਕੇ ਕੋਈ ਮਰ ਗਿਆ, ਮੌਕੇ 'ਤੇ ਹੀ ਉਹਦੀ ਮੌਤ ਹੋ ਗਈ। ਕਿੱਦਾਂ ਦੇਖਦੇ ਹੋ ਵੀ ਜਦੋਂ ਕਿਸੇ ਮਾਂ ਦਾ ਪੁੱਤ ਜਾਂਦਾ ਜਾਂ ਕਿੰਨਾ ਕੁ ਦੁੱਖ ਉਸ ਘਰ 'ਤੇ ਪੈਂਦਾ ਹੋਊਗਾ? ਤੇ ਉੱਥੋਂ ਕੀ ਲੱਗਦਾ ਵੀ ਉਹ ਵੀ ਇਸੇ ਨਾਲ ਹੀ ਸੰਬੰਧਿਤ ਸੀ ਵੀ ਇੱਥੋਂ ਲੈ ਕੇ ਜਾਂਦੇ ਕਿਉਂਕਿ ਨੇੜੇ ਇਹ ਵਿਕਦੇ, ਜਾਂ ਹੋਰ ਵੀ ਪਿੰਡਾਂ ਦੇ ਵਿੱਚ ਨੇੜੇ ਤੇੜੇ ਵਿਕਦਾ? ਸਰ ਪਹਿਲੀ ਗੱਲ ਤਾਂ ਉਹ ਅਸੀਂ ਪੁੱਤਾਂ ਨੂੰ ਹਾਥੀ ਤੋੜਨ ਦਾ ਸੰਤਾਪ ਹੰਢਾਇਆ ਹੋਇਆ ਗਾ। ਇਹ ਤਾਂ ਸਾਡੇ ਪਿੰਡ ਦੀਆਂ ਮਾਵਾਂ ਤੋਂ ਜਾਂ ਪਿਓਆਂ ਤੋਂ ਜਾਂ ਪਤਾ ਪੁੱਛ ਕੇ ਦੇਖ ਲਿਓ, ਤੁਹਾਨੂੰ ਆਪ ਹੀ ਦੱਸਣੇ। ਜਿਹੜੀ ਰਹੀ ਗੱਲ ਦਾਖੇ ਦੀ, ਦਾਖੇ ਦੇ ਵਿੱਚ ਵੀ ਸਰੇਆਮ ਵਿਕਦਾ ਜੀ, ਇਹ ਸ਼ਰੇਆਮ ਵਿਕਦਾ। ਬਾਬਾ ਕੀ ਅਪੀਲ ਕਰਨੀ ਚਾਹੋਗੇ ਜਿਸ ਤਰ੍ਹਾਂ ਹੁਣ ਤੁਸੀਂ ਪਹਿਲਾਂ ਜਾਣੀ ਕਿ ਪਹਿਲ ਕਦਮੀ ਕੀਤੀ ਹੈ, ਇੱਕ ਮਹਿਲਾ ਹੋਣ ਦੇ ਨਾਤੇ ਜਾਂ ਸਰਪੰਚ ਹੋਣ ਦੇ ਨਾਤੇ ਤੁਸੀਂ ਪਹਿਲ ਕਦਮੀ ਕੀਤੀ ਆ, ਤੁਸੀਂ ਆਪਣੇ ਹੱਥੀਂ ਜਾ ਕੇ ਜਾਂ ਆਪਣੇ ਨਾਲ ਲੈ ਕੇ ਉੱਥੇ ਪਹਿਲਾਂ ਧਰਨਾ ਲਾਇਆ, ਕਹਿੰਦੇ ਪੁਲਿਸ ਦੀ ਕਾਰਵਾਈ ਨਹੀਂ ਹੋਈ, ਉਸ ਤੋਂ ਬਾਅਦ ਵਿੱਚ ਫਿਰ ਪੁਲਿਸ ਨੂੰ ਨਾਲ ਲਿਜਾ ਕੇ ਜਿਹੜਾ ਵੀ ਛਾਪੇਮਾਰੀ ਕੀਤੀ ਆ, ਸਮਾਨ ਬਰਾਮਦ ਕੀਤਾ, ਕੀ ਬਾਕੀ ਸਰਪੰਚਾਂ ਨੂੰ ਵੀ ਸੇਧ ਲੈਣੀ ਚਾਹੀਦੀ ਹੈ? ਸਰ ਬਿਲਕੁਲ, ਮੈਂ ਸਾਰੇ ਸਰਪੰਚਾਂ ਨੂੰ ਬੇਨਤੀ ਇਹੀ ਕਰੂੰਗੀ, ਭਰਾਵੋ ਜਾਗੋ, ਉੱਠ ਕੇ ਪੰਜਾਬ ਬਚਾ ਲਓ। ਆਪਾਂ ਇਕੱਲੇ ਪ੍ਰਸ਼ਾਸਨ 'ਤੇ ਨਾ ਰਹੀਏ, ਪੁਲਿਸ 'ਤੇ ਨਾ ਇਕੱਲੇ 'ਤੇ ਰਹੀਏ। ਆਪਦੇ ਮਾਨ ਸਰਕਾਰ ਅੱਗੇ ਮੇਰੀ ਹੱਥ ਜੋੜ ਕੇ ਬੇਨਤੀ ਆ ਵੀ ਪਿੰਡ ਪਿੰਡ ਦੇ ਵਿੱਚੋਂ ਸਰਪੰਚ ਆਪ ਜਾਗਰੂਕ ਹੋਣ, ਦੇਖਣ ਵੀ ਸਾਨੂੰ ਕਿਹੜੀ ਚੀਜ਼ ਦੀ ਲੋੜ ਹੈਗੀ ਆ, ਕਿਹੜੀ ਚੀਜ਼ ਦੀ ਨਹੀਂ ਲੋੜ ਹੈਗੀ। ਚਿੱਟਾ ਅਸੀਂ ਆਪਣੇ ਪਿੰਡਾਂ 'ਚੋਂ ਆਪ ਮੁਕਤ ਕਰ ਸਕਦੇ ਹਾਂ। ਆਪਾਂ ਆਪ ਮੁਕਤ ਕਰ ਸਕਦੇ ਹਾਂ, ਜਿਹਦੀ ਉਦਾਹਰਨ ਜਿਹੜੀ ਹੈ ਇਹ ਸਰਪੰਚ ਸਾਹਿਬ ਬਣੇ ਨੇ। ਤੇ ਉਹਨਾਂ ਨੇ ਜਿਹੜਾ ਕਹਿ ਲਓ ਕਿ ਪਿੰਡ ਵਾਸੀਆਂ ਦੇ ਸਹਿਯੋਗ ਜਿਹੜਾ ਬਹੁਤ ਵੱਡਾ ਹੁੰਦਾ, ਪਿੰਡ ਵਾਸੀਆਂ ਦੇ ਸਹਿਯੋਗ ਦੇ ਨਾਲ ਇੱਕ ਬਹੁਤ ਵੱਡਾ ਜਿਹੜਾ ਕਦਮ ਚੁੱਕਿਆ ਵਾ। ਤੇ ਉਹ ਬਾਕੀ ਜਿਹੜੇ ਹੋਰ ਸਰਪੰਚ ਨੇ ਜਾਂ ਹੋਰ ਪਿੰਡ ਵਾਸੀ ਨੇ ਉਹਨਾਂ ਨੂੰ ਵੀ ਜਿਹੜੀ ਅਪੀਲ ਕਰ ਰਹੇ ਨੇ ਕਿ ਖੁਦ ਮੂਹਰੇ ਹੋ ਕੇ ਆਪਣੇ ਪਿੰਡ ਦਾ ਸੁਧਾਰ ਜਿਹੜਾ ਖੁਦ ਕੀਤਾ ਜਾਵੇ। ਇਸ ਦੇ ਨਾਲ ਹੀ ਜਿਹੜਾ ਪੰਜਾਬ ਆ ਅਸੀਂ ਉਸ ਦਾ ਸੁਧਾਰ ਕਰ ਸਕਦੇ ਹਾਂ, ਜਾਂ ਆਪਣੇ ਪੰਜਾਬ ਨੂੰ ਜਾਂ ਆਪਣੇ ਪਿੰਡਾਂ ਨੂੰ ਬਚਾ ਸਕਦੇ ਹਾਂ। ਤੇ ਅਸੀਂ ਵੀ ਇਹੀ ਅਪੀਲ ਕਰਾਂਗੇ ਕਿ ਨਸ਼ੇ ਤੋਂ ਬਚਣਾ ਚਾਹੀਦਾ, ਤੇ ਜੇ ਕੋਈ ਨਸ਼ਾ ਕਰਦਾ ਵੀ ਆ ਤਾਂ ਉਸ ਨੂੰ ਜ਼ਰੂਰ ਸਮਝਾਉਣਾ ਚਾਹੀਦਾ, ਜੇ ਕੋਈ ਵੇਚਦਾ ਤਾਂ ਉਸ ਨੂੰ ਰੋਕਣਾ ਚਾਹੀਦਾ ਹੈ। ਬੇਸ਼ੱਕ ਪ੍ਰਸ਼ਾਸਨ ਜੇਕਰ ਮਦਦ ਨਹੀਂ ਕਰਦਾ ਤਾਂ ਜਿਹੜਾ ਰਸਤਾ ਇਹਨਾਂ ਨੇ ਇਖਤਿਆਰ ਕੀਤਾ, ਰਸਤੇ ਬੇਸ਼ੱਕ ਉਹ ਤਿੱਖਾ ਵਾ, ਸੰਘਰਸ਼ ਕਰਨਾ ਪੈਂਦਾ, ਜ਼ਰੂਰ ਕੋਈ ਅਜਿਹਾ ਰਸਤਾ ਜਿਹੜਾ ਅਖਤਿਆਰ ਕਰਨ ਜਿਹਦੇ ਨਾਲ ਆਪਣੇ ਪਿੰਡ ਤੇ ਆਪਣੇ ਆਸ-ਪਾਸ ਨੂੰ ਬਚਾ ਸਕਣ। ਰੋਜ਼ਾਨਾ ਸਪੋਕਸਮੈਨ ਲਈ ਲੁਧਿਆਣਾ ਤੋਂ ਰਾਜਵਿੰਦਰ ਸਿੰਘ।